ਟਿਵਾਣਾ ਰੇਡੀਓ ਦੇ ਸਤਿਕਾਰਤ ਸਰੋਤਿਓ, ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਟਿਵਾਣਾ, ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ। ਤੇ ਤੁਸੀਂ ਸਾਡੇ ਟਿਵਾਣਾ ਰੇਡੀਓ ਦੇ ਪ੍ਰੋਗਰਾਮ ਸੁਣਨ ਵਾਸਤੇ ਜਿਹੜੀ ਸਾਡੀ ਵੈਬਸਾਈਟ ਹੈ tivanaradio.com, ਉਸ 'ਤੇ ਵੀ ਜਾ ਸਕਦੇ ਹੋ। ਅਤੇ ਜਾਂ ਫਿਰ ਸਾਡੀਆਂ ਐਪਸ ਨੇ, ਉਹ ਵੀ ਤੁਹਾਨੂੰ ਉੱਥੇ ਮਿਲਣਗੀਆਂ। ਆਈਫੋਨ 'ਤੇ ਐਂਡਰਾਇਡ ਐਪਸ ਨੇ, ਉਹਨਾਂ ਦੇ ਜ਼ਰੀਏ ਵੀ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ ਟਿਵਾਣਾ ਰੇਡੀਓ ਦੇ। ਜੇ ਤੁਸੀਂ ਅਮਰੀਕਾ ਦੇ ਵਿੱਚ ਹੋ ਤਾਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਤੁਸੀਂ ਕਾਲ ਟੂ ਲਿਸਨ ਨੰਬਰ ਹੈ 667 930 9260, यानी कि 667 930 9260 667 930 9260। ਅਤੇ ਜਾਂ ਫਿਰ ਟਿਵਾਣਾ ਰੇਡੀਓ ਦੇ YouTube ਪੇਜ 'ਤੇ ਜਾ ਕੇ ਵੀ ਤੁਸੀਂ ਸਾਡੇ ਪੁਰਾਣੇ ਜਿਹੜੇ ਰਿਪੀਟ ਪ੍ਰੋਗਰਾਮ ਹੈ ਉਹ ਸੁਣ ਸਕਦੇ ਹੋ। ਮੇਰੇ ਨਾਲ ਕਦੇ ਕੋਈ ਗੱਲ ਕਰਨੀ ਹੋਵੇ ਤਾਂ ਸਾਡਾ ਪਟਿਆਲਾ ਸਟੂਡੀਓ ਦਾ ਨੰਬਰ ਹੈ 98 763 09655। ਇਸ ਨੰਬਰ 'ਤੇ ਮੇਰੇ ਨਾਲ ਕਦੇ ਵੀ ਸੰਪਰਕ ਕੀਤਾ ਜਾ ਸਕਦਾ ਹੈ 98 763 09655। ਅੱਜ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ। ਸਾਡੇ ਆਪਣੇ ਸਕੂਲ ਟਾਈਮ ਸੀ ਇਹ ਕਹਾਣੀ, ਹੁਣ ਤਾਂ ਪਤਾ ਨਹੀਂ ਸਿਲੇਬਸ 'ਚ ਹੈ ਜਾਂ ਨਹੀਂ। ਇਹ ਆਪਸ ਦੇ ਵਿੱਚ ਲੜਾਈਆਂ ਜਿਹੜੀਆਂ ਨੇ ਘਰਾਂ ਦੀਆਂ, ਜਿੱਦਾਂ ਬੈਂਸਾਂ, ਘਰਾਂ ਦੀਆਂ ਲੜਾਈਆਂ ਰੋਕਣ ਦੇ ਵਾਸਤੇ ਇੱਕ ਬਹੁਤ ਵਧੀਆ ਸਿੱਖਿਆਦਾਇਕ ਕਹਾਣੀ ਹੈ ਕੁਲਵੰਤ ਸਿੰਘ ਵਿਰਕ ਹੋਰਾਂ ਦੀ, ਦੁੱਧ ਦਾ ਛੱਪੜ। ਇਹ ਪਿੰਡਾਂ 'ਚ ਆਮ ਵਰਤਦਾ। ਨਿੱਕੀ ਨਿੱਕੀ ਗੱਲ ਤੋਂ ਜਿਹੜੀਆਂ ਨੇ ਵੱਡੀਆਂ ਵੱਡੀਆਂ ਤਰਾਸਦੀਆਂ ਲੜਾਈਆਂ, ਇੱਕ ਦੂਸਰੇ ਦੇ ਕਤਲ ਮੁਕੱਦਮੇਬਾਜ਼ੀ ਤੱਕ ਪੁੱਜਦੀਆਂ ਨੇ। ਪਰ ਵਕਤ ਵਿਚਾਰੇ ਬੰਦਾ ਸੋਈ ਕਿ ਅਸੀਂ ਅਗਰ ਇੱਕ ਪਲ ਲਈ ਆਪਣਾ ਗੁੱਸਾ ਪੀ ਜਾਈਏ ਜਾਂ ਉਸ ਕਹਾਣੀ ਨੂੰ, ਉਸ ਜਿਹੜੀ ਰੰਜ ਪੈਦਾ ਹੋਈ ਹੈ, ਜੋ ਗੁੱਸਾ ਆਇਆ, ਉਸ ਨੂੰ ਟਾਲ ਜਾਈਏ ਤਾਂ ਬਹੁਤ ਵੱਡੀ ਇੱਕ ਲੜਾਈ ਦੇ ਜੋਖਮ ਤੋਂ ਬਚ ਸਕਦੇ ਹਾਂ। ਇਹ ਸਿਆਣਪ ਹੈ, ਪਰ ਇਸ ਦਾ ਸਿਆਣਪ ਦਾ ਮਤਲਬ ਕਮਜ਼ੋਰੀ ਨਹੀਂ ਹੁੰਦਾ ਕਿ ਜਿਵੇਂ ਕਿਹਾ ਜਾਂਦਾ ਕਿ ਸਮਝ ਸਿਆਣਾ ਅੰਦਰ ਵੜਿਆ, ਮੂਰਖ ਆਖੇ ਮੈਥੋਂ ਡਰਿਆ। ਸੋ ਲੜਾਈ ਤੋਂ ਪਰਹੇਜ਼ ਕਰਨਾ ਸਿਆਣਪ ਹੁੰਦੀ ਹੈ, ਕਿਉਂਕਿ ਲੜਾਈਆਂ ਭਾਵੇਂ ਘਰਾਂ ਦੀਆਂ ਨੇ, ਭਾਵੇਂ ਦੇਸਾਂ ਦੀਆਂ ਨੇ, ਉਹ ਲੂਹ ਸੁੱਟਦੀਆਂ ਨੇ ਸਮਾਜ ਨੂੰ, ਸਾਡੇ ਰਿਸ਼ਤਿਆਂ ਨੂੰ। ਸੋ ਕੁਲਵੰਤ ਸਿੰਘ ਵਿਰਕ ਜ਼ਮੀਨ ਨਾਲ ਜੁੜੇ ਕਹਾਣੀਕਾਰ ਦੀ ਇਹ ਇੱਕ ਬਾਕਮਾਲ ਰਚਨਾ ਹੈ, ਦੁੱਧ ਦਾ ਛੱਪੜ। ਹੁੰਦਾ ਕੀ ਹੈ ਕਿ ਚਾਚੇ ਤਾਏ ਦੇ ਪੁੱਤ ਹੋਣ ਕਰਕੇ ਲਾਲ ਅਤੇ ਦਿਆਲ ਦਾ ਆਪਸ ਵਿੱਚ ਬਹੁਤ ਪਿਆਰ ਸੀ। ਉਹਨਾਂ ਦੀ ਵਾਹੀ ਖੇਤੀ ਇਕੱਠੀ ਸੀ। ਪਿੰਡ ਦੇ ਵਿੱਚ ਇਸ ਇਕੱਠ ਦਾ ਬੜਾ ਰੋਹ ਪੈਂਦਾ ਕਿ ਦੋ ਸਕੇ ਭਰਾਵਾਂ ਨਾਲੋਂ ਵੀ ਵੱਧ ਤਾਏ ਤੇ ਚਾਚੇ ਦੇ ਪੁੱਤ ਲਾਲ ਤੇ ਦਿਆਲ ਆਪਸ ਦੇ ਵਿੱਚ ਜਦੋਂ ਰਲ ਕੇ ਟੁਰਦੇ ਤਾਂ ਪਿੰਡ ਦੇ ਵਿੱਚ ਬੰਨੇ ਚੰਨੇ ਉਹਨਾਂ ਦੀ ਬੜੀ ਟੌਹਰ ਹੁੰਦੀ, ਕਿਉਂਕਿ ਇਹੋ ਜਿਹਾ ਮੇਲ ਮਿਲਾਪ ਬਹੁਤ ਘੱਟ ਵੇਖਣ ਨੂੰ ਮਿਲਦਾ। ਸਕੇ ਭਰਾਵਾਂ 'ਚ ਵੀ ਨਹੀਂ ਮਿਲਦਾ, ਪਰ ਇਹ ਤਾਂ ਤਾਏ ਚਾਚੇ ਦੇ ਪੁੱਤਰ ਸਨ, ਲਾਲ ਤੇ ਦਿਆਲ, ਤੇ ਸਕੇ ਭਰਾਵਾਂ ਨਾਲੋਂ ਵੀ ਵੱਧ ਇਹਨਾਂ ਦਾ ਨਿਉ ਸੀ। ਤੇ ਇਸੇ ਲਈ ਇਹਨਾਂ ਦੋਹਾਂ ਨੇ, ਲਾਲ ਤੇ ਦਿਆਲ ਦਾ ਨਾਂ, ਪਿੰਡ ਦੇ ਲੋਕ ਵੀ ਬੜੇ ਸਤਿਕਾਰ ਨਾਲ ਲੈਂਦੇ ਸਨ। ਕਾਮਿਆਂ ਨੂੰ ਕੰਮ ਲਈ ਕਹਿਣਾ ਉਹਨਾਂ ਲਈ ਸੌਖਾ ਨਹੀਂ ਸੀ, ਤੇ ਕਾਮੇ ਵੀ ਛੇਤੀ ਉਹਨਾਂ ਦਾ ਕਿਹਾ ਮੰਨਦੇ। ਸੋ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਟੁਰਨਾ ਉਹਨਾਂ ਨੂੰ ਸਵਾਦ ਦਿੰਦਾ ਸੀ, ਕਿਉਂਕਿ ਉੱਥੇ ਉਹਨਾਂ ਦਾ ਆਦਰ ਸੀ। ਇਸ ਮੁਫਤ ਦੇ ਆਦਰ ਤੋਂ ਬਿਨਾਂ ਲਾਲ ਤੇ ਦਿਆਲ ਦੀ ਇਕੱਠਿਆਂ ਦੀ ਵਾਹੀ ਜੋਤੀ ਦਾ ਕੰਮ ਵੀ ਬੜਾ ਸੁਖਾਲਾ ਚੱਲਦਾ। ਉਹ ਰਲ ਕੇ ਦੋ ਹਲਾਂ ਦੀ ਖੇਤੀ ਕਰਦੇ ਸਨ, ਜਾਣੀ ਕਿ 4 ਬਲਦ ਹੋ ਗਏ, 2 ਹਲ, ਅਤੇ ਇੱਕ ਕਾਮਾ ਰੱਖ ਲੈਣਾ, ਅਤੇ ਉਸ ਦੇ ਵਿੱਚੋਂ ਇੱਕ ਬੰਦਾ ਸੌਖਾ ਰਹਿ ਜਾਂਦਾ, ਅਤੇ ਬਾਹਰ ਅੰਦਰ ਦਾ ਕੰਮ ਵੀ ਆਉਣ ਜਾਣ ਦਾ, ਵਾਂਢੇ ਜਾਣ ਦਾ ਚੰਗਾ ਟੁਰੀ ਜਾਂਦਾ ਸੀ। ਇੱਕ ਹਲ ਦੀ ਵਾਹੀ ਅਤੇ ਇੱਕ ਨਾਲ ਤਾਂ ਬੇਸਵਾਦ ਹੀ ਹੁੰਦੀ ਹੈ ਕਿ ਦੂਜਾ ਸੂਤਰ ਨਹੀਂ ਬੈਠਦਾ। ਇੱਕ ਹਲ ਦੀ ਵਾਹੀ ਜੇ ਇਕੱਠ ਹੋਵੇ ਤਾਂ ਬਹੁਤ ਕੁਛ ਹੋ ਜਾਂਦਾ। ਜੇ ਕੱਲ ਹੋਵੇ ਬੰਦਾ, ਡੰਗਰਾਂ ਨਾਲ ਡੰਗਰ ਹੋ ਜਾਂਦਾ। ਕਾਮਾ ਰੱਖੇ ਇਕੱਲਾ ਬੰਦਾ ਤਾਂ ਵੀ ਪੂਰਾ ਨਹੀਂ ਸਰਦਾ। ਸੋ ਇਸ ਕਰਕੇ ਏਕੇ 'ਚ ਬਰਕਤ ਵਾਲੀ ਜਿਹੜੀ ਮਿਸਾਲ ਸੀ, ਉਹ ਲਾਲ ਤੇ ਦਿਆਲ, 2 ਸਕੇ ਭਰਾਵਾਂ ਦੇ ਇਕੱਠ 'ਚੋਂ ਉਹ ਮਿਲਦੀ ਸੀ। ਸੋ ਇਹ ਇਕੱਠ ਵਾਹੀ ਤੀਸਰੇ ਬੰਦੇ ਨੂੰ ਵੇਲ ਜਿਹੜੀ ਨਹੀਂ ਸੀ ਦੇ ਰਹੀ, ਉਹ ਸਦਾ ਵੇਲ ਦਿਆਲ ਹੀ ਮਾਣਦਾ ਸੀਗਾ। ਅਤੇ ਉਹ ਗੋਰੇ ਰੰਗ ਦਾ, ਸੋਹਣੀ ਸ਼ਕਲ ਵਾਲਾ ਭਾਰਾ ਜਿਹਾ ਗੱਭਰੂ ਸੀ ਦਿਆਲ। ਅਤੇ ਪਹਿਲੇ ਪੈਰ ਉਹ ਪੈਲੀਆਂ ਦੇ ਵਿੱਚ ਕੁਝ ਕੰਮ ਕਰਦਾ, ਅਤੇ ਪਿਛਲੇ ਪੈਰ ਉਹ ਰੋਜ਼ ਚਿੱਟੇ ਕੱਪੜੇ ਪਾ ਕੇ ਪਿੰਡ ਦੇ ਵਿੱਚ, ਸੱਥ ਦੇ ਵਿੱਚ ਘੁੰਮਦਾ ਭੌਂਦਾ ਰਹਿੰਦਾ, ਅਤੇ ਲੋਕੀ ਉਸ ਨਾਲ ਅੱਖ ਮਿਲਾ ਕੇ ਉਸ ਨਾਲ ਗੱਲਾਂ ਕਰਕੇ ਖੁਸ਼ ਹੁੰਦੇ। ਪਰ ਪਿੰਡ ਵਾਲਿਆਂ ਦੀ ਅਤੇ ਦਿਆਲ ਦੀ ਸਾਰੀ ਖੁਸ਼ੀ ਲਾਲ ਦੇ ਸਿਰ 'ਤੇ ਸੀ, ਜਿਹੜਾ ਪਿੱਛੋਂ ਕੰਮ ਸਾਂਭ ਲੈਂਦਾ ਸੀ। ਅਤੇ ਕੱਲ੍ਹ ਤੂੰ ਪਿੰਡ ਵਿੱਚੋਂ ਨਿਕਲਿਆ ਹੀ ਨਹੀਂ, ਪਿਛਲੇ ਪੈਰ ਵਾੜ ਦੇਣੀ ਸੀ ਕਣਕ ਨੂੰ। 2 ਬੰਦਿਆਂ ਦੇ ਵਿੱਚ ਵਾੜ ਤੈਨੂੰ ਪਤਾ ਹੀ ਹੈ ਕਿ ਔਖੀ ਹੁੰਦੀ ਹੈ। ਲਾਲ ਕਦੀ ਦਿਆਲ ਨੂੰ ਇੱਦਾਂ ਦਾ ਉਲਾਂਭਾ ਦਿੰਦਾ, ਅਤੇ ਫਿਰ ਦਿਆਲ ਆਖਦਾ, ਬਸ ਐਵੇਂ ਹੀ ਵੀਰੇ ਆਲਸ ਕਰ ਛੱਡੀ। ਪਿੰਡ ਥਾਣੇਦਾਰ ਆਇਆ ਹੋਇਆ ਸੀ, ਮੈਂ ਆਖਿਆ ਕੋਈ ਗੱਲਬਾਤ ਸੁਣਾਂਗੇ,
ਤੇ ਦਿਆਲ ਨੀਵੀਂ ਜੀ ਖਿੱਚ ਛੱਡਦਾ ਤੇ ਆਖਰ ਨੂੰ ਲਾਲ ਦਾ ਗੁੱਸਾ ਵੀ ਜਾਂਦਾ ਰਹਿੰਦਾ ਕਿ ਚਲੋ ਇਹਨੇ ਮੰਨਿਆ ਤਾਂ ਸਹੀ ਕਿ ਐਵੇਂ ਘੋਲ ਕਰ ਗਿਆ ਆਉਣ ਦੀ। ਲਾਲ ਦੀ ਜਿਹੜੀ ਵਹੁਟੀ ਸੀ ਉਹ ਵੀ ਦਿਆਲ ਨੂੰ ਆਪਣੇ ਘਰ ਦੇ ਵਿੱਚ ਜਦੋਂ ਫਿਰਦਾ ਵੇਖਦੀ ਤਾਂ ਉਹ ਮਹਿਸੂਸ ਕਰਦੀ ਕਿ ਮੇਰੇ ਸਿਰ ਦਾ ਸਾਈਂ ਲਾਲ ਪੈਲੀਆਂ ਦੇ ਵਿੱਚ ਜਿਹੜਾ ਹੈਗਾ ਮਸ਼ਰੂਫ ਹੈ, ਕੰਮ ਤੇ ਲੱਗਿਆ ਹੋਇਆ, ਤੇ ਇਧਰ ਸਾਂਝੇ ਘਰ ਦੇ ਵਿੱਚ ਦਿਆਲ ਦੀ ਪੱਗ ਇੱਧਰ ਉੱਧਰ ਭੌਂਦੀ ਹੈ। ਕਦੇ ਉਹ ਆਪਣੇ ਮੁੰਡੇ ਨੂੰ ਚੱਕ ਕੇ ਤਰਖਾਣਾ ਦੇ ਘਰੋਂ ਖਿਡੌਣਾ ਬਣਾ ਲਿਆਉਂਦਾ, ਗਢੀਰਾ ਬਣਾ ਲਿਆਉਂਦਾ, ਕਦੇ ਆਪਣੀ ਵਹੁਟੀ ਦਾ ਸਾਗ ਚੀਰਨ ਵਾਲਾ ਦਾਤਰ ਚੁੱਕ ਕੇ ਲੁਹਾਰਾਂ ਪਾਸੋਂ ਲਵਾਉਣ ਤੁਰ ਪੈਂਦਾ ਹੈ, ਕਿਤੇ ਕਦੇ ਸੱਤੋ ਜਲਾਹੀ ਨੂੰ ਚਰਖਾ ਚੁਗਾ ਕੇ ਉਸ ਦੀ ਕਾਣ ਕਢਾ ਲਿਆਉਂਦਾ ਹੈ। ਪਰ ਲਾਲ ਦੀ ਵਹੁਟੀ ਦੇ ਸਾਰੇ ਕੰਮ ਉੱਦਾਂ ਹੀ ਪੈ ਰਹਿੰਦੇ ਜਾਂ ਉਸ ਨੂੰ ਖੁਦ ਕਰਨੇ ਪੈਂਦੇ, ਜਦੋਂ ਕਿ ਦਿਆਲ ਦੀ ਘਰ ਵਾਲੀ ਦਿਆਲ ਦੇ ਹੁੰਦਿਆਂ ਹਰ ਵਕਤ ਪੱਬਾਂ ਭਾਰ ਹੋਈ ਰਹਿੰਦੀ, ਕਿਉਂਕਿ ਹੁੰਦਾ ਹੀ ਹੈ ਜਦੋਂ ਸਿਰ ਦਾ ਸਾਈਂ ਘਰੇ ਹੋਵੇ ਤੇ ਫਿਰ ਜਿਹੜੀ ਔਰਤ ਹੈ ਉਹ ਵੀ ਖੁਸ਼ ਰਹਿੰਦੀ ਹੈ। ਤੇ ਲਾਲ ਦਾ ਘਰੋਂ ਬਾਹਰ ਰਹਿਣਾ ਲਾਲ ਦੀ ਵਹੁਟੀ ਨੂੰ ਅਕਸਰ ਚੁੱਭਦਾ ਰਹਿੰਦਾ, ਕਿਤੇ ਨਾ ਕਿਤੇ ਘਾਟ ਵੀ ਮਹਿਸੂਸ ਹੁੰਦੀ। ਜਦੋਂ ਦਿਆਲ ਤੇ ਉਸ ਦੀ ਘਰਵਾਲੀ ਆਪਸ ਦੇ ਵਿੱਚ ਹਾਸਾ ਠੱਠਾ ਕਰਦੇ ਤਾਂ ਕਿਤੇ ਨਾ ਕਿਤੇ ਲਾਲ ਦੀ ਵਹੁਟੀ ਦੇ ਦਿਲ ਦੇ ਵਿੱਚ ਵੀ ਲਾਲਸਾ ਹੁੰਦੀ ਕਿ ਲਾਲ ਅੱਜ ਇਸ ਵਕਤ ਜੇ ਮੇਰੇ ਕੋਲ ਘਰ ਹੁੰਦਾ ਅਸੀਂ ਵੀ ਹਾਸਾ ਠੱਠਾ ਕਰਦੇ, ਤੇ ਉਹ ਕਾਰਨ ਲਾਲ ਦੀ ਵਹੁਟੀ ਦੇ ਮਨ ਦੇ ਵਿੱਚ ਰੰਜ ਵੱਧਦਾ ਗਿਆ। ਤੇ ਇਸ ਕਰਕੇ ਜੇ ਕਦੀ ਲਾਲ ਇਸ ਵੇਲੇ ਘਰੇ ਵੀ ਆ ਜਾਂਦਾ ਤਾਂ ਉਹ ਸੋਚਦੀ ਕਿ ਉਸ ਨੂੰ ਦੁੱਧ ਪਾ ਕੇ ਦੇਵੇ, ਪਿੰਡ ਦੇ ਵਿੱਚ ਜਾਣ ਲਈ ਚਿੱਟੇ ਕੱਪੜੇ ਪਵਾਵੇ ਤੇ ਉਸਦੇ ਕੱਪੜੇ ਪਾਉਂਦਿਆਂ ਨੂੰ ਝਟਪਟ ਉਸ ਦੀ ਪੱਗ ਨੂੰ ਮਾਇਆ ਲਾ ਦੇਵੇ। ਤੇ ਇਸ ਤਰ੍ਹਾਂ ਉਹ ਮਨ ਹੀ ਮਨ ਮਹਿਸੂਸ ਦੀ 8-10 ਦਿਨੀ ਰਾਤ ਨੂੰ ਸੌਣ ਲੱਗਿਆਂ ਉਹ ਧੋਤੇ ਹੋਏ ਕੱਪੜੇ ਸਿਰਹਾਣੇ ਰਖਾ ਲੈਂਦਾ ਕਿ ਚਲੋ ਸਵੇਰੇ ਜਾਵਾਂਗੇ ਕਿਤੇ ਵਾਂਢੇ, ਪਰ ਸਵੇਰ ਵਕਤ ਉਹ ਰਾਤ ਦੇ ਲਾਹੇ ਹੋਏ ਮੈਲੇ ਜਿਹੇ ਕੱਪੜੇ ਪਾ ਕੇ ਫਿਰ ਤੁਰ ਜਾਂਦਾ। ਇਹ ਕਿਤੇ ਨਾ ਕਿਤੇ ਫਿਰ ਲਾਲ ਦੀ ਵਹੁਟੀ ਨੂੰ ਇਹ ਰੰਜ ਹੁੰਦਾ, ਕਿਉਂਕਿ ਹਰ ਪੰਜਾਬਣ ਚਾਹੁੰਦੀ ਹੈ ਕਿ ਉਸ ਦਾ ਸਿਰ ਦਾ ਸਾਈਂ, ਉਸ ਦਾ ਸ਼ਰੀਕੀ ਹੱਥ ਸੋਹਣਾ ਬਣ ਠਣ ਕੇ ਰਵੇ। ਤੇ ਫਿਰ ਰਾਤ ਨੂੰ ਜਦੋਂ ਲਾਲ ਘਰ ਆਉਂਦਾ ਤਾਂ ਉਹ ਆਖਦੀ, ਤੂੰ ਉਹਦਾ ਕਾਮਾ ਰੱਖਿਆ ਹੋਇਆ, ਉਹ ਆਪ ਤਾਂ ਪਿੰਡ ਦੇ ਵਿੱਚ ਸਰਦਾਰ ਬਣ ਕੇ ਚਿੱਟੇ ਕੱਪੜੇ ਪਾ ਕੇ ਲੜ ਛੱਡ ਕੇ ਘੁੰਮਦਾ ਰਹਿੰਦਾ, ਤੇ ਤੂੰ ਸਾਰਾ ਦਿਨ ਖੇਤਾਂ 'ਚ ਮਿੱਟੀ ਮਿੱਟੀ ਹੋਇਆ ਰਹਿਣਾ, ਮਿੱਟੀ ਨਾਲ ਮਿੱਟੀ ਹੋਇਆ ਰਹਿਣਾ। ਤੇ ਲਾਲ ਆਖਦਾ, ਭਾਗਵਾਨ ਨੇ ਪਿੰਡ ਫਿਰਨ ਦਾ ਕੀ ਹੈ, ਆਪਣੀ ਪਾਣੀ ਦੀ ਵਾਰੀ ਦੀ ਗੱਲ ਕਰਨੀ ਸੀ, ਇਸ ਕਰਕੇ ਉਹ ਪਿੰਡ ਆਇਆ ਸੀ। ਲਾਲ ਗੱਲ ਨੂੰ ਉਸ ਦੀ ਗੱਲ ਨੂੰ ਟਾਲ ਦਿੰਦਾ। ਕਦੀ ਹਲ ਫਲ ਠੀਕ ਕਰਾਉਣਾ ਹੀ ਹੁੰਦਾ, ਕੋਈ ਰੱਸਾ ਪੈੜਾ ਵੱਟਣਾ ਹੀ ਹੁੰਦਾ, ਜੇ ਕੋਈ ਬੰਦਾ ਦਿਹਾੜੀ ਲਾਈਏ ਤੇ ਆਖਣਾ ਹੀ ਹੁੰਦਾ ਉਸਨੂੰ, ਪਿੰਡ ਵਿੱਚ 100 ਕੰਮ ਹੁੰਦੇ ਨੇ, ਤੇ ਇਸ ਕਰਕੇ ਮੈਂ ਦਿਆਲ ਨੂੰ ਭੇਜ ਦਿੰਦਾ। ਲਾਲ ਨੇ ਇਹ ਆਖ ਕੇ ਆਪਣੀ ਵਹੁਟੀ ਦਾ ਗੁੱਸਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤੇ ਵਹੁਟੀ ਨੇ ਉਲਟਾ ਜਵਾਬ ਦਿੱਤਾ, ਪਿੰਡ ਕੰਮ ਹੁੰਦੇ ਨੇ ਮੈਂ ਮੰਨਦੀ ਹਾਂ, ਪਰ ਇਹ ਕੰਮ ਕਰਨ ਕਦੀ ਕਦੀ ਤੂੰ ਵੀ ਆ ਜਾਇਆ ਕਰ, ਪਿੰਡ ਦੇ ਵਿੱਚ ਤੇਰੀ ਵੀ ਪੈਂਠ ਹੋਵੇ, ਤੇਰੀ ਵੀ ਟੌਰ ਹੋਵੇ। ਹਲਾ ਮੈਂ ਆ ਜਾਇਆ ਕਰਾਂਗਾ, ਇਹਦੇ 'ਚ ਕਿਹੜੀ ਗੱਲ ਹੈ। ਉਹ ਆਂਦਾ ਹੈ ਕਿ ਮੈਂ ਲੰਘਾ ਜਾਣਾ, ਮੈਂ ਹੁਣ ਇਹ ਕਰ ਆਵਾਂਗਾ, ਇਸ ਕਰਕੇ ਮੈਂ ਉਹਨੂੰ ਭੇਜ ਦਿੰਦਾ। ਲਾਲ ਆਖਰ ਆਪਣੀ ਵਹੁਟੀ ਨੂੰ ਆਉਣ ਲਈ ਤਾਂ ਕਹਿ ਦਿੰਦਾ, ਪਰ ਉਹ ਕਦੇ ਦਿਆਲ ਦੀ ਜਗ੍ਹਾ ਇਸ ਤਰ੍ਹਾਂ ਦੇ ਕੰਮ ਕਰਨ ਪਿੰਡ ਨਾ ਆਉਂਦਾ। ਤੇ ਆਖਰ ਇਹਨਾਂ ਗੱਲਾਂ ਨੂੰ ਵੇਖਦਿਆਂ ਲਾਲ ਦੀ ਵਹੁਟੀ ਵੀ ਗੁੱਸੇ ਦੇ ਵਿੱਚ ਲਾਲ ਪੀਲੀ ਹੁੰਦੀ ਜਾਂਦੀ। ਆਪਸ ਦੇ ਵਿੱਚ ਤੀਵੀਂ ਮਾਲਕ ਦੇ ਰਿਸ਼ਤੇ ਦੇ ਵਿੱਚ ਕਿਤੇ ਨਾ ਕਿਤੇ ਕੜਵਾਹਟ ਪੈਦਾ ਹੁੰਦੀ ਜਾਂਦੀ ਇਹਨਾਂ ਗੱਲਾਂ ਨੂੰ ਲੈ ਕੇ ਕਿ ਤੇਰਾ ਭਰਾ ਤੇ ਅਕਸਰ ਘੁੰਮਦਾ ਰਹਿੰਦਾ ਪਿੰਡ ਦੇ ਵਿੱਚ, ਘਰ ਦੇ ਵਿੱਚ ਹੱਸਦਾ ਖੇਡਦਾ ਰਹਿੰਦਾ ਬੱਚਿਆਂ ਨਾਲ, ਆਪਣੀ ਪਤਨੀ ਨਾਲ, ਤੂੰ ਕਿਉਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਖੇਤਾਂ 'ਚ ਹੋਇਆ ਰਹਿਣਾ, ਤੈਨੂੰ ਕਿਹੜਾ ਜ਼ਿਆਦਾ ਇਹਦੇ 'ਚ ਫਸਲ 'ਚ ਹਿੱਸਾ ਆਉਣਾ। ਖੈਰ ਲਾਲ ਆਉਣ ਲਈ ਕਹਿ ਦਿੰਦਾ, ਪਰ ਉਹ ਆਇਆ ਕਦੀ ਨਾ। ਇਸ ਵੀੜੀ ਦੇ ਵਿੱਚ ਅਸਲ ਦੇ ਵਿੱਚ ਉਹ ਭਿਆਲ ਦੇ ਹੇਠ ਵਗ ਰਿਹਾ ਸੀ ਤੇ ਤਾਰੇ ਚੜੇ ਉਹ ਉੱਠਦਾ ਤੇ ਕਾਮੇ ਨਾਲ ਹਲ ਜੋੜ ਕੇ ਲੈ ਜਾਂਦਾ, ਤੇ ਮਗਰੋਂ ਦਿਆਲ ਧੰਮੀ ਵੇਲੇ ਉੱਠ ਕੇ ਮੱਝਾਂ ਨੂੰ ਬਾਹਰ ਕੱਢਦਾ, ਪੱਠੇ ਪਾਉਂਦਾ, ਫਿਰ ਚੋਂਦਾ, ਡੰਗਰਾਂ ਜੋਗੇ ਪੱਠੇ ਵੱਢ ਕੇ ਉਹਨਾਂ ਨੂੰ ਛੇੜ ਕੇ ਲੈ ਜਾਂਦਾ ਤੇ ਥੋੜ੍ਹਾ ਜਿਹਾ ਫਿਰ ਟੁਰਾ ਕੇ ਮੋੜ ਲਿਆਉਂਦਾ। ਤੇ ਪਿਛਲੇ ਪੈਰ ਉਹ ਪਿੰਡ ਦੀ ਕਦੇ ਕਿਸੇ ਢਾਣੀ ਦੇ ਨਾਲ ਸ਼ਰਾਬ ਪੀ ਛੱਡਦਾ, ਤਾਸ਼ ਖੇਡ ਛੱਡਦਾ, ਕਦੇ ਅਖਬਾਰਾਂ ਦੀਆਂ ਖਬਰਾਂ ਸੁਣਦਾ ਸਮਝਦਾ ਰਹਿੰਦਾ। ਵਾਹੀ ਦਾ ਤੇ ਸਾਰਾ ਭਾਰ ਦਿਨ ਪਰ ਦਿਨ ਲਾਲ ਦੇ ਸਿਰ 'ਤੇ ਪੈਂਦਾ ਜਾਂਦਾ। ਲਾਲ ਸਦਾ ਯਾਰ ਬੇਲੀ ਗੰਢਣ ਤੇ ਆਪਣਾ ਰਸੂਖ ਬਣਾਉਣ 'ਤੇ ਰਹਿੰਦਾ, ਤੇ ਹਰ ਭਿਆਲੀ ਵਿੱਚ ਉਸ ਦਾ ਇਸੇ ਤਰ੍ਹਾਂ ਹੁੰਦਾ, ਇੱਕ ਧਿਰ ਬਹੁਤਾ ਕੰਮ ਕਰਦੀ ਹੈ ਤੇ ਇੱਕ ਧਿਰ ਥੋੜ੍ਹਾ। ਜਿੰਨਾ ਚਿਰ ਬਹੁਤਾ ਕੰਮ ਕਰਨ ਵਾਲੀ ਧਿਰ ਚੁੱਪ ਕੀਤੀ ਰਹੇਗੀ ਤੇ ਸਾਂਝ ਭਿਆਲੀ ਚੱਲਦੀ ਰਹੇਗੀ।
ਤੇ ਜਦੋਂ ਇਹ ਬਹੁਤਾ ਚੁਭਣ ਲੱਗ ਪਵੇ ਤਾਂ ਭਿਆਲੀ ਟੁੱਟ ਜਾਂਦੀ ਹੈ। ਇੱਕ ਦਿਨ ਵਾਢੀਆਂ ਤੋਂ ਪਿੱਛੋਂ ਲੁਹਾਰਾਂ ਦੇ ਮੁੰਡੇ ਜੱਟਾਂ ਤੋਂ ਕਣਕ ਦੀਆਂ ਭਰੀਆਂ ਇਕੱਠੀਆਂ ਕਰ ਰਹੇ ਸਨ ਤੇ ਲਾਲ ਇੱਕ ਹੋਰ ਜੱਟ ਦੇ ਘਰ ਬੈਠਾ ਸੀ ਤੇ ਲੁਹਾਰਾਂ ਦਾ ਇੱਕ ਮੁੰਡਾ ਉਸ ਜੱਟ ਤੋਂ ਭਰੀ ਮੰਗਣ ਆ ਗਿਆ। ਉਸ ਦੇ ਨਾਲ ਦਾ ਇੱਕ ਦੂਜਾ ਮੁੰਡਾ ਸੜਕ ਤੋਂ ਇੱਕ ਭਰੀ ਚੁੱਕੀ ਲੰਘੀ ਜਾ ਰਿਹਾ ਸੀ। ਉਹ ਭਰੀ ਕਿੱਥੋਂ ਲੈ ਆਇਓ? ਉਸ ਜੱਟ ਨੇ ਭਰੀ ਮੰਗਣ ਆਏ ਮੁੰਡੇ ਦੇ ਘਰੋਂ ਦੂਜੀ ਭਰੀ ਬਾਰੇ ਪੁੱਛਿਆ। ਇਹ ਤਾਂ ਉੱਥੋਂ ਦਿਆਲ ਦੇ ਖਲਵਾੜੇ ਚੋਂ ਲੈ ਆਏ ਆ। ਇਹ ਸੁਣ ਕੇ ਲਾਲ ਨੂੰ ਆਪਣਾ ਲਹੂ ਠੰਡਾ ਹੁੰਦਾ ਲੱਗਾ। ਖਲਵਾੜਾ ਤਾਂ ਦੋਹਾਂ ਦਾ ਸਾਂਝਾ ਸੀ, ਪਰ ਇਸ ਕਣਕ ਦਾ ਭਾਰ ਲਿਆਉਣ ਵਾਲੇ ਨੇ ਦਿਆਲ ਦਾ ਨਾਂ ਕਿਉਂ ਲਿਆ? ਉਸ ਦੇ ਦਿਲ 'ਚ ਪਹਿਲੀ ਵਾਰੀ ਰੰਜ ਆਇਆ ਕਿ ਕੰਮ ਤੇ ਮੈਂ ਕਰਦਾ ਤੇ ਪਿੰਡ ਦੇ ਵਿੱਚ ਦਿਆਲ ਦਾ ਨਾਂ ਕਿਉਂ ਚੱਲ ਰਿਹਾ? ਕਿਉਂਕਿ ਇਹ ਸੁਭਾਵਿਕ ਹੈ, ਪਿੰਡ ਦੇ ਵਿੱਚ ਜਿਹੜਾ ਵਿਅਕਤੀ ਵਿਚਰਦਾ ਨਾ ਉਸ ਦਾ ਨਾਂ ਹੀ ਲੋਕਾਂ ਦੀ ਜ਼ੁਬਾਨ ਤੇ ਹੁੰਦਾ। ਤੇ ਕੰਮ ਵਿੱਚ ਰੁੱਝੇ ਲਾਲ ਦਾ ਆਪਣੀ ਭੋਏ ਭਾਂਡੇ ਤੋਂ ਨਾਂ ਵੀ ਮਿਟਦਾ ਜਾ ਰਿਹਾ ਸੀ ਤੇ ਆਖਰ ਉਸਨੇ ਅੱਡ ਹੋਣ ਦਾ ਫੈਸਲਾ ਲੈ ਲਿਆ। ਤੇ ਵਾਢੀਆਂ ਤੋਂ ਪਿੱਛੋਂ ਇਹ ਵਾਹੀਆਂ ਬਦਲਣ ਦੇ ਦਿਨ ਸਨ। ਦਾਣੇ ਫੱਕੇ ਤਾਂ ਉਹਨਾਂ ਨੇ ਪਹਿਲਾਂ ਹੀ ਵੰਡ ਲਏ ਸਨ ਤੇ ਇਸ ਵਾਰ ਉਹਨਾਂ ਨੇ ਤੂੜੀ ਵੀ ਵੰਡ ਲਈ। ਮੱਝਾਂ ਵੀ ਆਪਣੀਆਂ ਵੱਖਰੀਆਂ ਵੱਖਰੀਆਂ ਬੰਨ੍ਹ ਲਈਆਂ। ਇੱਕ ਸੱਜਰ ਸੂਈ ਮੱਝ ਦਾ ਥੋੜ੍ਹਾ ਜਿਹਾ ਵਕਤ ਸੀ ਤੇ ਉਸ ਦੀ ਕੱਟੀ ਮਰ ਗਈ ਤੇ ਉਹ ਦਿਆਲ ਦੇ ਹੱਥ ਪਈ ਹੋਈ ਸੀ ਤੇ ਕਿਸੇ ਹੋਰ ਨੂੰ ਨਹੀਂ ਸੀ ਮਿਲਦੀ। ਲਾਲ ਨੇ ਕੁਝ ਦਿਨ ਉਸ ਨੂੰ ਛੋਲਿਆਂ ਦੇ ਵੰਡ ਦੇ ਵਿੱਚ ਲੂਣ ਘੋਲ ਕੇ ਪਿਆਇਆ ਤੇ ਆਪਣੇ ਹੱਥ ਨਾਲ ਆਟਾ ਚਰਾਇਆ, ਤਲੀ ਤੇ ਧਾਰਾਂ ਮਾਰ ਕੇ ਉਸ ਨੂੰ ਚਟਾਇਆ ਤੇ ਫਿਰ ਆਪਣੇ ਮੂੰਹ ਵਿੱਚ ਧਾਰਾਂ ਲੈ ਕੇ ਉਸ ਦੀਆਂ ਨਾਸਾਂ ਤੇ ਫੁਰਕੜਾ ਵੀ ਮਾਰਿਆ। ਪਰ ਹੌਲੀ ਹੌਲੀ ਉਹ ਉਸ ਨੂੰ ਵੀ ਮਿਲਣ ਲੱਗ ਪਈ। ਪਰ ਉਹ ਦਿਆਲ ਨਾਲੋਂ ਉਸ ਮੱਝ ਦਾ ਪਿਆਰ ਨਾ ਟੁੱਟਾ। ਜਦੋਂ ਉਹ ਕਦੇ ਖੁੱਲ੍ਹਦੀ ਖਲੋਂਦੀ ਤਾਂ ਉਹ ਦਿਆਲ ਦੀਆਂ ਮੱਝਾਂ ਦੇ ਵਿੱਚ ਜਾ ਕੇ ਰਲ ਜਾਂਦੀ, ਕਿਉਂਕਿ ਇਹ ਸੁਭਾਵਿਕ ਹੈ ਕਿ ਜਿਹੜਾ ਵਿਅਕਤੀ ਮੱਝਾਂ ਨੂੰ ਛੇੜਦਾ ਜਾਂ ਚਾਰਨ ਵਾਸਤੇ ਪਾਣੀ ਪਿਆਉਣ ਵਾਸਤੇ ਜਾਂਦਾ ਹੈ ਤੇ ਪਸ਼ੂ ਵੀ ਕਿਤੇ ਨਾ ਕਿਤੇ ਉਸ ਦਾ ਤਿਉ ਜ਼ਿਆਦਾ ਕਰਦੇ ਨੇ, ਉਹਦੇ ਨਾਲ ਜੇ ਕਹਿ ਲਈਏ ਸਨੇਹ ਹੋ ਜਾਂਦਾ ਜਾਂ ਅਟੈਚਮੈਂਟ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਮੱਝ ਲਾਲ ਦੇ ਹਿੱਸੇ ਆਈ ਸੀ ਉਸ ਦਾ ਲਗਾਅ ਦਿਆਲ ਨਾਲ ਜ਼ਿਆਦਾ ਸੀ। ਮੱਝ ਦਾ ਤਾਂ ਦਿਆਲ ਨਾਲ ਪਿਆਰ ਬਣਿਆ ਰਿਹਾ, ਪਰ ਲਾਲ ਤੇ ਦਿਆਲ ਇੱਕ ਦੂਜੇ ਤੋਂ ਦੂਰ ਹੁੰਦੇ ਗਏ। ਪੈਲੀਆਂ ਨੇੜੇ ਨੇੜੇ ਹੋਣ ਕਰਕੇ ਉਹਨਾਂ ਦੇ ਡੰਗਰ ਖੁੱਲ੍ਹ ਕੇ ਇੱਕ ਦੂਜੇ ਦੀ ਪੈਲੀ ਦੇ ਵਿੱਚ ਜਾ ਵੜਦੇ। ਇਸ ਵਿੱਚੋਂ ਕਈ ਉਲਾਮੇ ਵੀ ਨਿਕਲਦੇ, ਪਰ ਇਹੋ ਜਿਹੇ ਮੌਕੇ ਦੋਵਾਂ ਇੱਕ ਦੂਜੇ ਨੂੰ ਕਦੇ ਵੱਧ ਕੇ ਗੱਲ ਨਹੀਂ ਕੀਤੀ ਤੇ ਨਾ ਹੀ ਕੋਈ ਧਿਰ ਨੀਵੀਂ ਖਿੱਚਦੀ ਸੀ। ਜਦੋਂ ਦਿਆਲ ਦੀ ਇੱਕ ਨਿੱਕੀ ਜਿਹੀ ਲੱਕੜਾਂ ਦੀ ਵਿਰਲ ਵਿੱਚੋਂ ਨਿਕਲ ਕੇ ਸਾਰੀ ਰਾਤ ਲਾਲ ਦੇ ਬੀਜੇ ਹੋਏ ਗੋਂਗਲੂਆਂ ਦੇ ਵਿੱਚ ਇੱਕ ਕੱਟੀ ਫਿਰਦੀ ਰਹੀ ਤਾਂ ਦਿਆਲ ਨੇ ਉਲਟਾ ਕਿਹਾ, ਮੈਂ ਕੋਈ ਕੱਟੀ ਦੇ ਨਾਲ ਤਾਂ ਨਹੀਂ ਬੱਝੇ ਜਾਣਾ, ਇਹ ਨਿੱਕਾ ਜਿਹਾ ਜੀ ਹੈ, ਖੱਬਿਓਂ ਸੱਜਿਓਂ ਨਿਕਲ ਕੇ ਆ ਹੀ ਜਾਂਦਾ। ਤੇ ਅਗਲੇ ਦਿਨ ਫਿਰ ਲਾਲ ਦੀ ਘੋੜੀ ਸੰਗਲ ਤੁੜਾ ਕੇ ਦਿਆਲ ਦੀ ਫਲੀ ਹੋਈ ਕਪਾਹ ਦੇ ਵਿੱਚ ਬੂਟੇ ਭੰਨਦੀ ਤੇ ਫਲ ਕੇਰਦੀ ਰਹੀ ਤਾਂ ਦਿਆਲ ਨੇ ਕਹਿ ਛੱਡਿਆ, ਘੋੜੀ ਨੇ ਕਪਾਹ ਨੂੰ ਮੂੰਹ ਤਾਂ ਨਹੀਂ ਲਾਇਆ, ਬੂਟੇ ਤਾਂ ਉਦੋਂ ਹੀ ਭੱਜਦੇ ਨੇ ਜਦੋਂ ਸੰਗਲੀ ਹੋਈ ਘੋੜੀ ਨੂੰ ਤੂੰ ਮਗਰੋਂ ਤਰਨ ਆਏ ਤੇ ਆਰਾਮ ਨਾਲ ਕੱਢੇ ਤਾਂ ਬੂਟੇ ਨਾ ਭੱਜਣ। ਦਿਆਲ ਨੂੰ ਇਸ ਗੱਲ ਦਾ ਬੜਾ ਗੁੱਸਾ ਲੱਗਾ। ਗੋਂਗਲੂ ਤੇ ਆਖਰ ਪੱਠੇ ਹੀ ਸਨ, ਪਰ ਕਪਾਹ ਤਾਂ ਪੈਸੇ ਵਾਲੀ ਫਸਲ ਸੀ, ਇੱਕ ਬਚਾਅ ਸੀ। ਨਾ ਲਾਲ ਤੇ ਦਿਆਲ ਫਿਰ ਵੀ ਪਰ ਇੱਕ ਦੂਸਰੇ ਨੂੰ ਹੱਥੀਂ ਪੈਣ ਤੋਂ ਲੜਨ ਤੋਂ ਸੋਚਣ ਲੱਗੇ। ਇਸ ਤੋਂ ਕੁਝ ਦਿਨ ਪਿੱਛੋਂ ਇਹ ਕੜਵਾਹਟ ਜਦੋਂ ਵੱਧਦੀ ਗਈ, ਕੁਝ ਦਿਨ ਪਿੱਛੋਂ ਮੀਂਹ ਪਿਆ। ਦਿਆਲ ਕੋਲ ਬਾਹਰ ਇੱਕ ਕੋਠਾ ਹੈ ਸੀ, ਪਰ ਲਾਲ ਨੇ ਅਜੇ ਆਪਣਾ ਬਾਹਰਲੇ ਵਿਹੜੇ ਹਵੇਲੀ 'ਚ ਕੁਝ ਨਹੀਂ ਸੀ ਛੱਤਿਆ। ਫਿਰ ਵੀ ਉਹ ਦਿਆਲ ਦੇ ਕੋਠੇ ਦੇ ਵਿੱਚ ਇਸ ਮੀਂਹ ਦੇ ਦੌਰਾਨ ਭਿੱਜਣ ਤੋਂ ਬਚਣ ਦੇ ਵਾਸਤੇ ਸਿਰ ਲੁਕਾਉਣ ਵਾਸਤੇ ਨਹੀਂ ਸੀ ਜਾਣਾ ਚਾਹੁੰਦਾ। ਉਹ ਤੂਤ ਦੇ ਹੇਠਾਂ ਜੇ ਹੋ ਕੇ ਥੋੜ੍ਹਾ ਜਿਹਾ ਬਚਾਅ ਹੋ ਸਕਦਾ ਸੀ ਤੇ ਉਹ ਚਾਦਰ ਦੀ ਬੁੱਕਲ ਮਾਰ ਕੇ ਤੂਤ ਦੇ ਥੱਲੇ ਬੈਠਾ ਰਿਹਾ ਤੇ ਮੀਂਹ ਉਸ 'ਤੇ ਪੈਂਦਾ ਰਿਹਾ। ਇਹ ਗੱਲ ਪਿੰਡ ਦੇ ਵਿੱਚ ਅੱਪੜ ਗਈ ਕਿ ਉਸ ਦਿਨ ਉਸ ਤੂਤ ਦੇ ਉੱਤੇ ਬਗਲਿਆਂ ਦੇ ਆਲ੍ਹਣੇ ਸਨ ਤੇ ਲੋਕੀ ਕਹਿੰਦੇ ਉੱਤੇ ਬਗਲੇ ਨਹਾਉਂਦੇ ਰਹੇ ਤੇ ਹੇਠਾਂ ਲਾਲ ਨਹਾਉਂਦਾ ਰਿਹਾ। ਜਾਣੀ ਸ਼ਿੰਗੜੀ ਛੇੜਨ ਵਾਲੇ ਪਿੰਡ ਦੇ ਵਿੱਚ ਫਿਰ ਇਸ ਤਰ੍ਹਾਂ ਮਤਲਬ ਪਾ ਲੈਂਦੇ ਨੇ ਗੱਲ। ਤੇ ਇਸ ਦੌਰਾਨ ਇਸ ਮੀਂਹ ਤੋਂ ਪਿੱਛੋਂ ਆਸ ਸੀ ਕਿ ਇੱਕ ਨਾ ਇੱਕ ਦਿਨ ਲਾਲ ਤੇ ਦਿਆਲ ਦੀ ਲੜਾਈ ਹੋਵੇਗੀ, ਕਿਉਂਕਿ ਪਿੰਡ ਦੇ ਵਿੱਚ ਫਿਰ ਇੱਦਾਂ ਦੀ ਉਂਗਲਬਾਜੀ ਸੁਲਗਾਉਣ ਲੱਗ ਜਾਂਦੇ ਆ ਲੋਕੀ। ਕੋਈ ਕਹਿੰਦਾ ਦਿਆਲ ਤਕੜਾ ਹੈ ਉਹ ਮਾਰੇਗਾ ਤੇ ਕੋਈ ਕਹਿੰਦਾ ਸੀ ਲਾਲ 'ਚ ਗੁੱਸਾ ਬਹੁਤ ਹੈ, ਜ਼ਹਿਰੀਲਾ ਬਹੁਤ ਹੈ, ਇਸ ਲਈ ਦਿਆਲ ਦੇ ਹੱਡ ਗੋਡੇ ਉਹ ਇੱਕ ਦਿਨ ਜ਼ਰੂਰ ਭੰਨੇਗਾ। ਵੈਸੇ ਪਿੰਡਾਂ ਦੇ ਵਿੱਚ ਇੰਨਾ ਕੁ ਮਨੋਰੰਜਨ ਹੁੰਦਾ, ਇੰਨਾ ਕੁ ਐਂਟਰਟੇਨਮੈਂਟ ਹੁੰਦਾ ਕਿ ਜਿਵੇਂ ਉਹ ਕਹਿੰਦੇ ਆ ਨਾ ਕਿ ਦੋ ਸਿਰ ਜੁੜਦਿਆਂ ਨੂੰ ਭੈੜੇ ਲੋਕ ਮਾਰਦੇ ਭਾਨੇ। ਇਹ ਕੁਛ ਹੁੰਦਾ ਪਿੰਡਾਂ ਦੇ ਵਿੱਚ ਕਿ ਕਿਸੇ ਦਾ ਇਕੱਠ ਹੈ,
ਉਹਨੂੰ ਖਤਮ ਕਰਨ ਵਾਸਤੇ ਫਿਰ ਕਿਸ ਤਰ੍ਹਾਂ ਸ਼ਰੀਕ ਉਂਗਲਾਂ ਲਾਉਂਦੇ ਨੇ, ਇੱਕ ਦੂਸਰੇ ਨੂੰ ਵਧਾ ਚੜਾ ਕੇ ਲਾਉਂਦੇ ਨੇ। ਜਿਵੇਂ ਹੁਣ ਆਪਣਾ ਵਕਤ ਕੱਟਣ ਦੇ ਲਈ ਜੇ ਲਾਲ ਉਸ ਤੂਤ ਦੇ ਥੱਲੇ ਬਹਿ ਗਿਆ ਤੇ ਪਿੰਡ ਵਾਲਿਆਂ ਨੇ ਗੱਲ ਚੱਕ ਲਈ ਕਿ ਉੱਤੇ ਬਗਲੇ ਨਹਾਉਂਦੇ ਰਹੇ ਤੇ ਹੇਠਾਂ ਲਾਲ ਨਹਾਉਂਦਾ ਰਿਹਾ। ਹਾਲਾਂਕਿ ਦਿਆਲ ਦਾ ਕੋਠਾ ਸੀ, ਪਰ ਉਹ ਆਪਣੀ ਅਣਖ ਜਾਂ ਆਪਣੀ ਹਉਮੈ ਕਹਿ ਲਓ ਜਾਂ ਆਪਣੀ ਸੈਲਫ ਰਿਸਪੈਕਟ ਕਹਿ ਲਿਓ, ਉਸ ਦੇ ਕਾਰਨ ਉਹ ਉਸ ਦੇ ਕੋਠੇ ਦੇ ਵਿੱਚ ਜਾ ਕੇ ਨਹੀਂ ਸੀ ਬਹਿਣਾ ਚਾਹੁੰਦਾ। ਹੈ ਤੇ ਮਤਲਬ ਭਰਾਵਾਂ ਦਾ ਸੀ, ਇਕੱਠਾ ਬਣਾਇਆ ਸੀ, ਪਰ ਉਹਦੀ ਵੰਡ 'ਚ ਆ ਗਿਆ ਸੀ। ਖੈਰ, ਉਹ ਆਪਣੀ ਸੈਲਫ ਰਿਸਪੈਕਟ ਦੇ ਮੱਦੇਨਜ਼ਰ, ਆਪਣੀ ਖੁਦਦਾਰੀ ਦੇ ਮੱਦੇਨਜ਼ਰ ਉਸਨੇ ਉਸ ਤੂਤ ਥੱਲੇ ਬਹਿਣਾ ਹੀ ਮੁਨਾਸਬ ਸਮਝਿਆ। ਪਰ ਪਿੰਡ ਵਾਲਿਆਂ ਨੇ ਇਸ ਨੂੰ ਉਸ ਦੀ ਮਤਲਬ ਕਮਜ਼ੋਰੀ ਕਹਿ ਲਈਏ ਜਾਂ ਉਸ ਨੂੰ ਚੜਾਉਣ ਦੇ ਲਈ ਵਰਤਣ ਦੇ ਤੌਰ 'ਤੇ ਗੱਲ ਧੁਮਾ ਦਿੱਤੀ। ਜਿਵੇਂ ਪਿੰਡਾਂ 'ਚ ਅਕਸਰ ਹੁੰਦਾ, ਇੰਨੀ ਕੁ ਹਾਲਾਤ ਹੁੰਦੇ ਨੇ। ਕਹਿਣ ਨੂੰ ਅਸੀਂ ਕਹਿੰਦੇ ਹਾਂ ਕਿ ਪਿੰਡਾਂ 'ਚ ਰੱਬ ਵੱਸਦਾ, ਪਰ ਜ਼ਮੀਨੀ ਹਕੀਕਤਾਂ ਇਸ ਤੋਂ ਬਹੁਤ ਉਲਟ ਨੇ। ਤੇ ਇਹ ਲਾਲ ਤੇ ਦਿਆਲ ਦੇ ਬਾਰੇ ਪਿੰਡ 'ਚ ਹੁੰਦੀਆਂ ਗੱਲਾਂ ਕਿ ਲਾਲ ਤਕੜਾ ਉਹ ਕੁੱਟੇਗਾ, ਦਿਆਲ ਤਕੜਾ ਉਹ ਕੁੱਟੇਗਾ, ਤੇ ਇਹ ਗੱਲਾਂ ਉਹਨਾਂ ਤੱਕ, ਖਾਸ ਕਰਕੇ ਲਾਲ ਦੀ ਵਹੁਟੀ ਤੱਕ ਉਪੜਦੀਆਂ ਰਹੀਆਂ। ਕਦੇ ਕਦੇ ਉਹ ਲਾਲ ਤੋਂ ਘਬਰਾ ਕੇ ਪੁੱਛਦੀ ਵੀ ਰਹੀ ਕਿ ਸੁਣਿਆ ਦਿਆਲ ਤੇਰੇ ਗਲ ਪੈਣ ਨੂੰ ਫਿਰਦਾ, ਤੇ ਅੱਗੋਂ ਲਾਲ ਕਹਿ ਛੱਡਦਾ ਉਹਨੇ ਮੇਰੇ ਗਲ ਪੈ ਕੇ ਮਰਨਾ, ਉਹ ਤਾਂ ਕੁਸਕਦਾ ਵੀ ਨਹੀਂ ਮੇਰੇ ਅੱਗੇ। ਜਿਸ ਤਰ੍ਹਾਂ ਹੁੰਦਾ ਘਰਾਂ ਦੇ ਵਿੱਚ, ਕਿਉਂਕਿ ਹਰ ਕੋਈ ਆਪਣੀ ਵਹੁਟੀ ਦੀ ਨਜ਼ਰ ਦੇ ਵਿੱਚ ਆਪਣੇ ਆਪ ਨੂੰ ਤਾਕਤਵਰ ਹੀ ਦੱਸਣਾ ਚਾਹੁੰਦਾ, ਤੇ ਔਰਤ ਕਿਤੇ ਨਾ ਕਿਤੇ ਫਖਰ ਵੀ ਮਹਿਸੂਸ ਕਰਦੀ ਹੈ ਕਿ ਉਸਦੇ ਸਿਰ ਦਾ ਸਾਈਂ ਬਹੁਤ ਤਕੜਾ ਹੈ। ਖੈਰ, ਆਪਣੇ ਆਪ ਨੂੰ ਉੱਚਾ ਵਿਖਾਉਣ ਦੇ ਲਈ ਇੱਕ ਦਿਨ ਲਾਲ ਨੇ ਹੱਦ ਹੀ ਕਰ ਦਿੱਤੀ। ਨਵੀਂ ਕਣਕ ਬੀਜਣ ਤੋਂ ਪਹਿਲਾਂ ਦਿਆਲ ਆਪਣੀ ਪੈਲੀ ਦੇ ਵਿੱਚ ਰੂੜੀ ਪਾਉਣਾ ਚਾਹੁੰਦਾ ਸੀ, ਤੇ ਗੱਡੇ ਦਾ ਰਾਹ ਲਾਲ ਦੀ ਪੈਲੀ ਦੇ ਵਿੱਚੋਂ ਹੀ ਸੀ। ਪਰ ਇਹ ਪੈਲੀ ਕਿਉਂਕਿ ਤੱਪੜ ਪਈ ਸੀ, ਜਾਂ ਅੱਪੜ ਵੀ ਕਹਿੰਦੇ ਮਾਝੇ ਵਾਲੇ, ਇਸ ਲਈ ਇਸ ਦੇ ਵਿੱਚੋਂ ਗੱਡਾ ਲੰਘਣ ਦਾ ਕੋਈ ਹਰਜ ਨਹੀਂ ਸੀ। ਪਰ ਜਦੋਂ ਦਿਆਲ ਰਿਓ ਦਾ ਭਰਿਆ ਹੋਇਆ ਗੱਡਾ ਲੈ ਕੇ ਆਇਆ ਤਾਂ ਲਾਲ ਡਾਂਗ ਫੜ ਕੇ ਅੱਗੇ ਵੱਟ 'ਤੇ ਖਲੋ ਗਿਆ ਤੇ ਉਸਨੇ ਦਿਆਲ ਦਾ ਗੱਡਾ ਪਿਛਾਂਹ ਮੋੜ ਦਿੱਤਾ। ਤੇ ਰਾਤ ਨੂੰ ਜਦੋਂ ਇਹ ਗੱਲ ਲਾਲ ਦੀ ਵਹੁਟੀ ਨੂੰ ਜਾ ਕੇ ਉਸਨੇ ਦੱਸੀ ਕਿ ਅੱਜ ਦਿਆਲ ਗੱਡਾ ਲੈ ਕੇ ਆਇਆ ਸੀ, ਮੈਂ ਤਾਂ ਮੋੜ ਦਿੱਤਾ, ਕਿ ਤੂੰ ਕੌਣ ਹੁੰਨਾ ਮੇਰੀ ਪੈਲੀ 'ਚੋਂ ਗੱਡਾ ਲੰਘਾਉਣ ਵਾਲਾ, ਤੇ ਮੇਰੇ ਕੋਲ ਸੰਮਾਂ ਵਾਲੀ ਡਾਂਗ ਬਲਾ ਬਲਾ। ਤੇ ਆਖਰ ਦਿਆਲ ਉਸ ਦੇ ਪਤੀ ਤੋਂ ਤ੍ਰਹਿੰਦਾ ਤੇ ਲਾਲ ਦੀ ਵਹੁਟੀ ਨੂੰ ਬਹੁਤ ਖੁਸ਼ੀ ਵੀ ਮਹਿਸੂਸ ਹੋਈ। ਤੇ ਦਿਆਲ ਨੂੰ ਇਹ ਆਪਣੀ ਹਾਲਤ ਚੁਭਣ ਲੱਗੀ ਕਿ ਕਿਵੇਂ ਲਾਲ ਨੇ ਅੱਜ ਮੇਰੀ ਬੇਇੱਜ਼ਤੀ ਕੀਤੀ ਹੈ। ਤੇ ਉਹ ਕੁਝ ਪੱਜ ਬੰਨ੍ਹਣ ਦੇ ਨਾਲੋਂ ਉਸ ਦੇ ਨਾਲ ਖਹਿਣ ਨੂੰ ਉਹ ਮਤਲਬ ਤਰਜੀਹ ਦੇਣ ਲੱਗਾ ਕਿ ਕੋਈ ਪੱਜ ਬਣੇ ਤੇ ਮੈਂ ਉਸ ਦੇ ਨਾਲ ਫਿਰ ਪੰਗਾ ਲਵਾਂ। ਇੱਕ ਦਿਨ ਖਾਓ ਪੀਓ ਦੇ ਨਾਲ, ਜਾਣੀ ਕਿ ਸ਼ਾਮ ਦੇ ਵਕਤ, ਲਾਲ ਆਪਣੀ ਘੋੜੀ 'ਤੇ ਚੜ੍ਹ ਕੇ ਪਿੰਡ ਆ ਰਿਹਾ ਸੀ, ਤੇ ਰਾਹ ਦੇ ਵਿੱਚ ਇੱਕ ਖਾਲ 'ਤੇ ਦਿਆਲ ਤੇ ਇੱਕ ਹੋਰ ਬੰਦਾ ਸ਼ਰਾਬ ਪੀ ਰਹੇ ਸਨ। ਤੇ ਉਹਨਾਂ ਨੇ ਲਾਲ ਨੂੰ ਵੇਖ ਲਿਆ ਤੇ ਲਾਲ ਨੇ ਉਹਨਾਂ ਨੂੰ ਵੇਖ ਲਿਆ। ਖਾਲ ਤੋਂ ਘੋੜੀ ਨੇ ਹੌਲੀ ਹੋਣਾ ਹੀ ਸੀ ਤਾਂ ਲਾਲ ਦੇ ਹੱਥ ਦੇ ਵਿੱਚ ਕੇਵਲ ਇੱਕ ਸੱਖਣਾ ਗੜਬਾ ਸੀਗਾ, ਜਿਸ ਤਰ੍ਹਾਂ ਪਾਣੀ ਪੂਣੀ ਪੀਣ ਨੂੰ ਹੁੰਦਾ ਲੋਕਾਂ ਕੋਲ। ਤੇ ਦਿਆਲ ਨੇ ਜਰਾ ਲਮਕਾ ਕੇ ਆਖਿਆ, ਕਿਹੜਾ ਆ? ਤੇ ਅੱਗੋਂ ਲਾਲ ਨੇ ਤਕੜੇ ਹੋ ਕੇ ਆਖਿਆ, ਮੈਂ ਆ ਲਾਲ। ਤੇ ਫਿਰ ਉਹ ਤਰਿਓ ਕਰਕੇ ਘੋੜੀ ਨੂੰ ਉਸੇ ਖਾਲ 'ਤੇ ਪਾਣੀ ਪਿਆਉਣ ਲੱਗਿਆ, ਜਿਸ ਤਰ੍ਹਾਂ ਕਹਿ ਰਿਹਾ ਹੋਵੇ ਕਿ ਆ ਜਾਓ, ਮੈਂ ਵੀ ਖੜਾ ਹਾਂ। ਤੇ ਪਰ ਨਾ ਦਿਆਲ ਅੱਗੇ ਵਧਿਆ ਤੇ ਨਾ ਲਾਲ ਨੇ ਇਸ ਤੋਂ ਗੱਲ ਕੋਈ ਅੱਗੇ ਆਖੀ, ਤੇ ਲਾਲ ਆਪਣੀ ਘੋੜੀ ਨੂੰ ਪਾਣੀ ਪਿਆ ਕੇ ਹੌਲੀ ਹੌਲੀ ਉਸਨੇ ਘੋੜੀ ਟੋਰ ਲਈ। ਤੇ ਇਹ ਗੱਲ ਫਿਰ ਲਾਲ ਨੇ ਘਰ ਆ ਕੇ ਆਪਣੀ ਵਹੁਟੀ ਨੂੰ ਦੱਸੀ ਕਿ ਅੱਜ ਦਿਆਲ ਰਸਤੇ ਦੇ ਵਿੱਚ ਬੈਠਾ ਸ਼ਰਾਬ ਪੀ ਰਿਹਾ ਸੀ ਖਾਲ 'ਤੇ, ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿਹੜਾ ਆ, ਪਛਾਣਨ ਦੇ ਬਾਵਜੂਦ ਵੀ। ਤੇ ਮੈਂ ਵੀ ਅੱਗੋਂ ਆਖ ਦਿੱਤਾ, ਮੈਂ ਆ ਲਾਲ। ਤੇ ਮੈਂ ਫਿਰ ਆਪਣੀ ਘੋੜੀ ਨੂੰ ਵੀ ਉੱਥੇ ਖੜਾ ਕੇ ਪਾਣੀ ਪਿਆ ਕੇ ਆ ਜੋ ਖੜਾ, ਜੇ ਕੋਈ ਵਹਿਮ ਆ ਤਾਂ ਕੱਢ ਲਓ। ਤੇ ਨਾਲ ਇਹ ਵੀ ਕਹਿ ਦਿੱਤਾ ਆਪਣੀ ਵਹੁਟੀ ਨੂੰ ਲਾਲ ਨੇ ਕਿ ਮੈਂ ਫਿਰ ਆਖ ਦਿੱਤਾ ਕਿ ਮੈਂ ਸੋਚਿਆ ਕਿ ਮੇਰੇ ਹੱਥ ਵਿੱਚ ਵੀ ਆ ਭਾਰਾ ਗੜਵਾ ਹੈ, ਜਿਹੜਾ ਆਇਆ ਸਿਰ 'ਚ ਮਾਰ ਕੇ ਫੇਰ ਸੁੱਟਾਂਗਾ। ਨਾਲੇ ਘੋੜੀ 'ਤੇ ਚੜ੍ਹਿਆ ਬੰਦਾ ਉਂਝ ਵੀ 4 ਬੰਦਿਆਂ 'ਤੇ ਭਾਰੂ ਹੁੰਦਾ, ਜਿਸ ਨੂੰ ਮਰਜ਼ੀ ਹੇਠਾਂ ਘੋੜੀ ਦੇ ਪੌੜਾਂ ਥੱਲੇ ਰੋਲ ਕੇ ਹੀ ਮਾਰ ਦਵੇ। ਖੈਰ, ਇਹ ਗੱਲ ਸੁਣ ਕੇ, ਲਾਲ ਦੀ ਇਹ ਗੱਲ ਸੁਣ ਕੇ ਉਸ ਦੀ ਵਹੁਟੀ ਦੀਆਂ ਅੱਖਾਂ ਚਮਕੀਆਂ ਤੇ ਉਸਨੇ ਆਖਿਆ, ਮੇਰਾ ਪਤੀ ਕਿਹੜਾ ਕਿਸੇ ਤੋਂ ਘੱਟ ਹੈ, ਇਸ ਦਾ ਕੋਈ ਕੀ ਵਿਗਾੜ ਸਕਦਾ। ਸੋ ਲਾਲ ਡਾਢਾ ਖੁਸ਼ ਹੋਇਆ। ਤੇ ਅੱਜ ਉਸ ਦੀ ਗੱਲ ਦੇ ਵਿੱਚ ਵਧੇਰੇ ਠਰਮਾ ਸੀ ਤੇ ਉਸ ਦਾ ਪੈਰ ਵੀ ਬੜਾ ਫੱਬ ਕੇ ਭੌਂ 'ਤੇ ਟਿਕਦਾ ਸੀ, ਤੇ ਉਸ ਬੱਚੇ ਵੀ ਉਸ ਨੂੰ ਵਾਹ-ਵਾਹ ਪਿਆਰੇ ਲੱਗਦੇ ਸਨ। ਇਹ ਔਰਤ ਨੂੰ ਹੁੰਦਾ ਹੀ ਹੈ ਜਦੋਂ ਲੱਗੇ ਕਿ ਉਸ ਦਾ ਘਰ ਵਾਲਾ ਲੱਖਾਂ 'ਚੋਂ ਇੱਕ ਹੈ। ਤੇ ਫਿਰ ਇੱਕ ਦਿਨ ਰਾਤ ਕੁਝ ਕਿਣਮਿਣ ਜਿਹੀ ਹੋ ਰਹੀ ਸੀ, ਤੇ ਕਿਣਮਿਣ ਦੇ ਆਲਸ ਤੋਂ ਲਾਲ ਨੇ ਧੰਮੀ ਵੇਲੇ ਉੱਠ ਕੇ ਮੱਝਾਂ ਨੂੰ ਪੱਠੇ ਨਾ ਪਾਏ। ਪੱਠਿਆਂ ਦੀ ਹਿਰਸ ਦੇ ਵਿੱਚ ਮੱਝ ਸੰਗਲ ਤੁੜਾ ਕੇ, ਮੀਂਹ ਦੇ ਨਾਲ ਕਿਉਂਕਿ ਕਿੱਲੇ ਢਿੱਲੇ ਹੋ ਜਾਂਦੇ ਨੇ, ਕਿੱਲਾ ਪਟਾ ਗਈ
ਤੇ ਚੰਗੇ ਦਿਨ ਚੜੇ ਜਦੋਂ ਲਾਲ ਨੇ ਉੱਠ ਕੇ ਵੇਖਿਆ, ਉਹ ਬਾਹਰ ਸੜਕ ਤੋਂ ਫਿਰਨੀ ਤੋਂ ਮੱਝ ਨੂੰ ਲੱਭ ਕੇ ਲਿਆ ਤੇ ਮੱਝ ਅੱਗੇ ਵੰਡ ਪਾ ਕੇ ਉਸ ਨੂੰ ਚੋਣ ਬਹਿ ਗਿਆ। ਤੇ ਮੱਝ ਦਾ ਪਸਮਾ ਲਿਓਟਾ ਜਾਣੀ ਆਖਰ ਅੱਜ ਕਾਫੀ ਢਿੱਲਾ ਸੀ, ਕਿਉਂਕਿ ਲੱਗਦਾ ਸੀ ਕਿ ਪਹਿਲਾਂ ਹੀ ਕਿਸੇ ਨੇ ਚੋ ਲਈ ਹੈ। ਐਵੇਂ ਵੰਡ ਦੇ ਵਿੱਚ ਲਾਲਚ ਦੇ ਵਿੱਚ ਆ ਕੇ ਜਿਹੜਾ ਵੰਡ ਪਾਇਆ ਹੁੰਦਾ ਨਾ, ਉਹ ਦੂਜੀ ਵਾਰ ਮਿਲ ਰਹੀ ਹੈ, ਪਰ ਉਹਨੂੰ ਪਹਿਲਾਂ ਚੋ ਲਿਆ ਕਿਸੇ ਨੇ। ਪਰ ਇਹਨੂੰ ਕੌਣ ਚੋ ਸਕਦਾ ਹੈ, ਕਿਉਂਕਿ ਇਹ ਦਿਆਲ ਦੇ ਨਾਲ ਕਾਫੀ ਲਗਾ ਰੱਖਦੀ ਸੀ ਮੱਝ, ਕਿਉਂਕਿ ਉਹ ਇਕੱਠੇ ਸੀ, ਮੱਝਾਂ ਉਹ ਪਾਲੀਆਂ ਸੀ ਉਹਨੇ, ਤੇ ਦਿਆਲ ਤੋਂ ਬਿਨਾਂ ਇਹ ਕਿਸੇ ਹੋਰ ਨੂੰ ਮਿਲਦੀ ਨਹੀਂ। ਤੇ ਇਸ ਦੀ ਧਾਰ ਕਿਹਨੇ ਕੱਢੀ ਹੋ ਸਕਦੀ ਹੈ ਸਾਜਰੇ ਸਾਜਰੇ? ਬਸ ਦਿਆਲ ਨੇ ਹੀ ਚੋਈ ਹੈ। ਸੋ 4 ਧਾਰਾਂ ਮਾਰਨ ਪਿੱਛੋਂ ਸਾਰੇ ਥਣ ਖਾਲੀ ਹੋ ਗਏ ਤੇ ਗੜਵਾ ਵੀ ਖਾਲੀ। ਸੋ ਉਸ ਗੜਵੇ ਦੇ ਵਿੱਚ 4 ਛੰਨਿਆਂ ਦੀ ਥਾਂ ਮਸਾਂ 1 ਛੰਨਾ ਦੁੱਧ ਸੀਗਾ। ਤੇ ਹੁਣ ਕੀ ਬਣੇਗਾ? ਦਿਆਲ ਨੇ ਬਹੁਤ ਮੂਰਖਤਾ ਕੀਤੀ ਤੇ ਲਾਲ ਹੁਣ ਆਪਣੀ ਵਹੁਟੀ ਨੂੰ ਕਹੇ ਤਾਂ ਕੀ ਕਹੇ, ਕਿਉਂਕਿ ਉਹ ਤਾਂ ਕਾਫੀ ਸ਼ੇਖੀਆਂ ਮਾਰ ਚੁੱਕਾ ਸੀ ਕਿ ਦਿਆਲ ਮੇਰੇ ਤੋਂ ਡਰਦਾ ਹੈ। ਹੁਣ ਇਹ ਵੀ ਪਤਾ ਕਿ ਮੱਝ ਜੇ ਘਰੋਂ ਖੁੱਲ੍ਹ ਕੇ ਗਈ ਆ ਧੰਮੀ ਵੇਲੇ ਸਾਜਰੇ ਸਾਜਰੇ, ਤਾਂ ਫਿਰ ਇਹਦਾ ਮਤਲਬ ਕਿ ਚੋਈ ਵੀ ਦਿਆਲ ਨੇ ਆ। ਪਰ ਹੁਣ ਉਹ ਆਪਣੀ ਵਹੁਟੀ ਨੂੰ ਕਿੱਦਾਂ ਫੇਸ ਕਰੇ, ਕਿੱਦਾਂ ਉਹਦਾ ਸਾਹਮਣਾ ਕਰੇ, ਕਿਉਂਕਿ ਜਦੋਂ ਜਾ ਕੇ ਦੱਸੇਗਾ ਕਿ ਅੱਗੇ ਤੇ 4 ਛੰਨੇ ਦੁੱਧ ਦੇ ਹੁੰਦੇ ਆ ਤੇ ਅੱਜ ਇੱਕੋ ਹੀ ਛੰਨਾ ਗੜਵੇ ਦੇ ਵਿੱਚ ਹੈ, ਤੇ ਕੀ ਬਹਾਨਾ ਬਣਾਵੇ? ਜੇ ਸੱਚ ਦੱਸਦਾ ਤੇ ਫਿਰ ਦਿਆਲ ਦੇ ਨਾਲ ਡਾਂਗ ਖੜਕਣੀ ਹੈ, ਲੜਾਈ ਹੋਣੀ ਹੈ, ਤੇ ਹੋਰ ਕੀ ਭੱਜ ਬਣਾਵੇ? ਉਹ ਬੜਾ ਦੁਚਿੱਤੀ ਦੇ ਵਿੱਚ ਸੀ ਤੇ ਆਖਰੀ ਧਾਰਾ ਮਾਰਦਾ ਸੋਚਣ ਲੱਗਿਆ ਕਿ ਜੇ ਲੜਾਂਗੇ ਪੱਟੇ ਜਾਵਾਂਗੇ, ਘਰ ਪੱਟਿਆ ਜਾਊ, ਆਪਸ ਦੇ ਵਿੱਚ ਮੁਕੱਦਮੇਬਾਜ਼ੀ, ਇੱਕ ਦੂਸਰੇ ਦਾ ਖੂਨ ਵਹਾਵਾਂਗੇ। ਖੈਰ, ਤੇ ਹੋ ਸਕਦਾ ਕਿ ਇਹ ਜਿਹੜੀ ਲਕੀਰ ਜਿਹੜੀ ਆਪਸ ਵਿੱਚ ਪਈ ਹੈ ਇਹ ਲਹੂ ਦੇ ਨਾਲ ਵੀ ਨਾ ਮਿਟੇ, ਤੇ ਡਾਂਗ ਛੋਟਾ ਕਰਕੇ ਵੀ ਨਿਕਲਣਾ ਕੁਛ ਨਹੀਂ, ਕਿਉਂਕਿ ਇਸ ਵਕਤ ਦਿਆਲ ਦਾ ਜਦੋਂ ਉਹ ਜਾ ਕੇ ਬੂਹੇ ਤੇ ਉਲਾਂਭਾ ਦੇਵੇਗਾ ਤੇ ਉਸਦੇ 2 ਜਵਾਨ ਸਾਲੇ ਵੀ ਆਏ ਹੋਏ ਨੇ, ਜਾਣੀ ਕਿ ਉਹ 3 ਜੀ ਨੇ ਤੇ ਮੈਂ ਇਕੱਲਾ। ਸੋ ਲਾਲ ਮੱਝ ਥੱਲੇ ਬੈਠਾ ਇਸ ਤਰ੍ਹਾਂ ਝੂਰਦਾ ਰਿਹਾ ਤੇ ਉਸ ਨੂੰ ਪਸਮਾਉਂਦਾ ਰਿਹਾ, ਝੁਰਦਾ ਰਿਹਾ, ਤੇ ਬਹੁਤੀਆਂ ਧਾਰਾਂ ਉਸ ਮੱਝ ਦੇ ਥਣਾਂ ਚੋਂ ਨਾ ਨਿਕਲੀਆਂ ਤੇ ਅਖੀਰਲੇ ਡੋਕੇ ਵੀ ਉਸਦੇ ਮੁੱਕ ਚੁੱਕੇ ਸਨ, ਆਖਰੀ ਦੁੱਧ ਮਤਲਬ ਡੋਕੇ। ਤੇ ਅਚਨਚੇਤ ਲਾਲ ਨੂੰ ਇੱਕ ਫੁਰਨਾ ਫੁਰਿਆ ਤੇ ਉਸ ਨੇ ਆਖਿਆ ਕਿ ਜਦੋਂ ਦੁੱਧ ਡੁੱਲ ਜਾਵੇ ਉਸ ਬਾਰੇ ਅੰਦਾਜ਼ਾ ਲਾਉਣਾ ਔਖਾ ਹੋ ਜਾਂਦਾ ਕਿ ਕਿੰਨਾ ਕੁ ਦੁੱਧ ਡੋਲਿਆ। ਤੇ ਉਸਨੇ ਥੋੜ੍ਹਾ ਜਿਹਾ ਦੁੱਧ ਡੋਲ ਦਿੱਤਾ ਉਸ ਜਗ੍ਹਾ ਤੇ, ਜਿਹੜਾ ਦੁੱਧ ਨੂੰ ਹਲਕਾ ਹਲਕਾ ਕਰਕੇ ਸਾਰਾ ਉਸ ਮੱਝ ਦੇ ਥੱਲੇ ਡੋਲ ਦਿੱਤਾ, ਤੇ ਫਿਰ ਆਪਣੀ ਵਹੁਟੀ ਨੂੰ ਕਹਿ ਸਕੇ ਕਿ ਮੱਝ ਨੇ ਲੱਤ ਮਾਰ ਕੇ ਗੜਵਾ ਡੋਲ ਦਿੱਤਾ, ਸਾਰਾ ਦੁੱਧ ਡੁੱਲ ਗਿਆ, ਜਾਣੀ ਜਿੰਨਾ ਚੋਇਆ ਸੀ। ਸੋ ਉਸਨੇ ਹੱਥ ਵਿੱਚ ਫੜਿਆ ਹੋਇਆ ਗੜਵਾ ਖੰਡਾ ਕੇ ਜੇ ਦੁੱਧ ਡੋਲ ਦਿੱਤਾ, ਤੇ ਮੀਂਹ ਦੇ ਨਾਲ ਕਿਉਂਕਿ ਚਿੱਕੜ ਹੋਇਆ ਸੀ, ਸੋ ਪਾਣੀ ਕਿਧਰੇ ਦੀਆਂ ਕਿਧਰੇ ਨਿੱਕੀਆਂ ਜਿਹੀਆਂ ਛੱਪੜੀਆਂ ਵੀ ਬਣੀਆਂ ਹੋਈਆਂ ਸੀ ਪਾਣੀ ਦੀਆਂ ਕਿਧਰੇ ਕਿਧਰੇ, ਤੇ ਇਹ ਗਿੱਲ ਤੇ ਗੰਦਗੀ ਜੀ ਰਲ ਕੇ ਐਂ ਲੱਗਦਾ ਸੀ ਕਿ ਸਾਰਾ ਹੀ ਦੁੱਧ ਜਿਹੜਾ ਹੈਗਾ ਉਹ ਛੱਪੜ ਲੱਗਿਆ ਪਿਆ। ਤੇ ਲਾਲ ਆਪਣੇ ਇਸ ਕੰਮ ਤੋਂ ਸੰਤੁਸ਼ਟ ਸੀ ਜਿਹੜਾ ਉਸਨੇ ਭੱਜ ਬਣਾਇਆ, ਤੇ ਉਸਨੇ ਆ ਕੇ ਆਪਣੀ ਵਹੁਟੀ ਨੂੰ ਆਖਿਆ, ਦੁੱਧ ਡੁਲਾ ਦਿੱਤਾ ਅੱਜ ਪੀੜ ਜੋਗੀ ਨੇ। ਤੇ ਵਹੁਟੀ ਕਹਿੰਦੀ, ਹਾਏ ਹਾਏ ਕਿਸ ਤਰ੍ਹਾਂ? ਬਸ ਲੱਤ ਚੁੱਕ ਕੇ ਮਾਰੀ ਸੂ ਗੜਵੇ ਤੇ ਗੜਵਾ ਮੁੱਧਾ ਹੋ ਗਿਆ। ਤੇ 2 ਸੋਟੇ ਨਹੀਂ ਸੀ ਮਰੀ ਦੇ ਇਹੋ ਜਿਹੀ ਮੱਝ ਨੂੰ, ਕਿਉਂਕਿ ਵਹੁਟੀ ਨੂੰ 8 ਪੈਰ ਦੁੱਧ ਤੋਂ ਸੱਖਣੇ ਰਹਿਣ ਦੀ ਖਿੱਚ ਸੀ, ਕਿਉਂਕਿ ਇਕਲੌਤੀ ਮੱਝ ਸੀ, ਜਿਹੜਾ ਦੁੱਧ ਸੀਗਾ ਸਵੇਰ ਦੀ ਧਾਰਾਂ ਸੀ ਜਿਹੜੀਆਂ ਉਹ ਸਾਰਾ ਜਾਈ ਗਿਆ ਸਵੇਰ ਦੀ ਧਾਰ। ਨਹੀਂ ਮਾਰਨਾ ਕੀ ਏ, ਕਿਤੇ ਮੱਖੀ ਡੰਗ 'ਚ ਮਾਰੇ ਤੇ ਡੰਗਰ ਕਾਲਾ ਪੈ ਜਾਂਦਾ, ਇਹ ਤਾਂ ਵਿਚਾਰੀ ਅਸੀਲ ਹੈ। ਤੇ ਉਸਨੇ ਆਪਣੀ ਵਹੁਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ, ਤੇ ਉਹ ਵੀ ਚੁੱਲ੍ਹੇ ਅੱਗੋਂ ਉੱਠ ਕੇ ਫਿਰ ਉਹ ਮੱਝ ਕੋਲ ਆਈ। ਤੇ ਅਸਧਾਰਨ ਹਾਲਤ ਵਿੱਚ ਚੀਜ਼ ਵੇਖਣ ਨੂੰ ਹਰ ਇੱਕ ਦਾ ਦਿਲ ਕਰਦਾ ਕਿ ਦੁੱਧ ਕਿਵੇਂ ਡੁੱਲ ਗਿਆ, ਤੇ ਜਿਵੇਂ ਡਿੱਗੇ ਹੋਏ ਜਹਾਜ਼ ਜਾਂ ਉਲਟੇ ਹੋਏ ਟਰੱਕ ਨੂੰ ਜਾਂ ਡੁੱਲੇ ਹੋਏ ਦੁੱਧ ਨੂੰ ਵੇਖ ਕੇ ਹਰ ਕੋਈ ਆਖਦਾ। ਤੇ ਆਖਰ ਲਾਲ ਦੀ ਵਹੁਟੀ ਆਈ, ਕਹਿੰਦੀ, ਹਾਂ ਕਿੰਨਾ ਦੁੱਧ ਸੀ, ਦੁੱਧ ਦਾ ਤਾਂ ਛੱਪੜ ਲੱਗਾ ਹੋਇਆ। ਇਹ ਕਹਿ ਕੇ ਉਸਨੇ ਲਾਲ ਨੂੰ ਠੰਡ ਪਾ ਦਿੱਤੀ। ਇਹ ਸੀ ਕਹਾਣੀ ਦੁੱਧ ਦਾ ਛੱਪੜ। ਕਿਉਂਕਿ ਅਗਰ ਇਹ ਗੱਲ ਸਪਸ਼ਟ ਹੋ ਜਾਂਦੀ ਕਿ ਮੱਝ ਸਵੇਰੇ ਕਿੱਲਾ ਪਟਾ ਕੇ ਚਲੀ ਗਈ ਤੇ ਦਿਆਲ ਨੇ ਚੋ ਲਈ, ਤੇ ਫਿਰ ਇਹ ਇੱਕ ਲੜਾਈ ਦਾ ਸਬੱਬ ਬਣਨਾ ਸੀ। ਸਬੱਬ ਤਾਂ ਨਹੀਂ, ਖੈਰ ਜ਼ਰੀਆ ਬਣਨਾ ਸੀਗਾ, ਸਬੱਬ ਤਾਂ ਚੰਗਾ ਹੁੰਦਾ, ਲੜਾਈ ਦਾ ਯੱਬ ਬਣਨਾ ਸੀਗਾ। ਤੇ ਆਖਰ ਉਸਨੇ ਇੱਕ ਪੈਂਤੜਾ ਅਪਣਾਇਆ, ਬਹਾਨਾ ਲਾਇਆ, ਤੇ ਉਹ ਦੁੱਧ ਡੋਲ ਕੇ ਉਸਨੇ ਦੁੱਧ ਦਾ ਛੱਪੜ ਬਣਾ ਦਿੱਤਾ। ਸ਼ਾਇਦ ਖੂਨ ਦਾ ਛੱਪੜ ਲੱਗਣ ਤੋਂ ਬਚਾਅ ਹੋ ਗਿਆ। ਬੜੀ ਇੰਟਰਸਟਿੰਗ ਕਹਾਣੀ ਸੀ ਇਹ।
ਸਾਡੇ ਮੇਰੇ ਖਿਆਲ ਪ੍ਰਾਇਮਰੀ ਜਮਾਤਾਂ 'ਚ ਮੈਂ ਕਿਤੇ ਪੜ੍ਹੀ ਸੀ ਅਤੇ ਅੱਜ ਬੜੇ ਸਾਲਾਂ ਬਾਅਦ ਦਿਲ ਕੀਤਾ ਕਿ ਤੁਹਾਡੇ ਨਾਲ ਸਾਂਝੀ ਕਰੀਏ। ਸੋ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਮੌਕੇ ਮਸਾਵੇ ਆਉਂਦੇ ਨੇ ਅਤੇ ਜਦੋਂ ਜਿਵੇਂ ਕਹਿੰਦੇ ਆ ਨਾ ਕਿ ਲਮਹੋਂ ਨੇ ਖਤਾ ਕੀ ਅਤੇ ਸਦੀਆਂ ਨੇ ਸਜ਼ਾ ਪਾਈ। ਕਈ ਵਾਰੀ ਇੱਕ ਅਜਿਹਾ ਵਕਤ ਹੁੰਦਾ ਹੈ ਕਿ ਜੋ ਵਕਤ ਲੰਘ ਜਾਵੇ, ਇਹ ਦੇਸਾਂ ਦੀਆਂ, ਘਰਾਂ ਦੀਆਂ, ਮਨਾਂ ਦੀਆਂ, ਰਿਸ਼ਤਿਆਂ ਦੀਆਂ ਲੜਾਈਆਂ ਹੁੰਦੀਆਂ ਨੇ। ਜੇ ਇੱਕ ਉੱਚਾ ਨੀਵਾਂ ਬੋਲਦਾ ਅਤੇ ਦੂਸਰਾ ਵਕਤ ਨੂੰ ਸੰਭਾਲ ਲਵੇ, ਵਕਤ ਵਿਹਾਜੇ ਬੰਦਾ ਸੋਈ, ਅਤੇ ਇੱਕ ਬਹੁਤ ਵੱਡੀ ਤਰਾਸਦੀ ਤੋਂ ਸ਼ਾਇਦ ਅਸੀਂ ਬਚ ਸਕਦੇ ਹਾਂ। ਸੋ ਕੁਲਵੰਤ ਸਿੰਘ ਵਿਰਕ ਹੋਰਾਂ ਦੀ ਇਹ ਕਹਾਣੀ ਦੁੱਧ ਦਾ ਛੱਪੜ ਤੁਹਾਨੂੰ ਕਿੱਦਾਂ ਲੱਗੀ, ਜ਼ਰੂਰ ਦੱਸਿਓ ਇਸ ਬਾਰੇ।